ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਨੂੰ ਕੱਲ੍ਹ ਅਸੀਂ ਦਿਖਾਈ ਇੱਕ ਵਿਸ਼ੇਸ਼ ਮੁਲਾਕਾਤ ਲਖਬੀਰ ਲੰਡਾ ਹਰੀਕੇ ਦੇ ਮਾਤਾ ਪਿਤਾ ਦੇ ਨਾਲ। ਅਸੀਂ ਅੱਜ ਤੁਹਾਡੀ ਗੱਲ ਕਰਾਵਾਂਗੇ ਐਸਐਸਪੀ ਤਰਨਤਾਰਨ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੈਂਬਰ ਗੁਰਮੀਤ ਚੌਹਾਨ ਦੇ ਨਾਲ। ਲਓ ਦੇਖੋ ਇਹ ਵਿਸ਼ੇਸ਼ ਮੁਲਾਕਾਤ। ਸਤਿ ਸ਼੍ਰੀ ਅਕਾਲ ਜੀ। ਨਮਸਕਾਰ। ਸਤਿ ਸ਼੍ਰੀ ਅਕਾਲ ਜੀ ਤਕੜ ਸਾਹਿਬ। ਚੌਹਾਨ ਸਾਹਿਬ, ਯੂ ਹੈਵ ਪਲੇਡ ਅ ਵੈਰੀ ਇੰਪੋਰਟੈਂਟ ਰੋਲ। ਤੁਸੀਂ ਜਦੋਂ ਉਹ ਕੁਝ ਸੀ ਜਾਂ ਹੁਣ ਤੁਸੀਂ AGTF ਚੋਂ ਤੁਹਾਡੀ ਟੀਮ ਨੇ ਵਿੱਕੀ ਗੌਂਡ ਗੈਂਗਸਟਰ, ਪ੍ਰੇਮਾ ਲੌਰੀਆ, ਅੰਕਿਤ ਭਾਦੂ, ਜੈਪਾਲ ਭੁੱਲਰ ਤੇ ਮੂਸੇ ਵਾਲੇ ਕੇਸ ਦੇ ਵਿੱਚ ਮਨੂ ਤੇ ਰੂਪਾ ਤੇ ਹੋਰ ਕੁਝ ਗੈਂਗਸਟਰਸ ਨੂੰ ਨਿਊਟਰਲਾਈਜ਼ ਕਰਨ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕੀਤਾ। ਤੇ ਹੁਣ ਵੀ ਅੱਜ ਕੱਲ੍ਹ ਤੁਸੀਂ ਕਿਹਦੇ ਪਿੱਛੇ ਲੱਗੇ ਹੋ? ਵੈਲ ਇਹ ਮੇਰੇ ਕੋਲ AGTF ਦਾ ਐਡੀਸ਼ਨਲ ਚਾਰਜ ਆ ਜੀ, ਬਿਸਾਈਡਸ ਬੀਇੰਗ SSP ਤਰਨਤਾਰਨ। ਸੋ ਜਿਹੜਾ ਦੋ ਦੀ ਫੋਕਸ ਆਫ AGTF ਇਜ਼ ਐਂਟੀ ਗੈਂਗਸਟਰਸ ਆਪਰੇਸ਼ਨਸ। ਸੋ ਉਹਦੇ ਵਿੱਚ ਜਿਹੜੇ ਹੁਣ ਇਸ ਵੇਲੇ ਜਿਹੜੇ ਟੌਪ ਪ੍ਰਾਇਰਟੀ ਤੇ ਜਿਹੜੇ ਲਿਮਿਟਡ ਬੰਦੇ ਨੇ ਜਿਹੜੇ ਐਬਸਕੌਂਡਰ ਨੇ, ਜਿਨ੍ਹਾਂ ਦੇ ਵਿੱਚੋਂ ਮੋਸਟਲੀ ਜਿਹੜੇ ਉਹਨਾਂ ਦੇ ਲੀਡਰਸ ਨੇ ਉਹ ਫੋਰਨ ਕੰਟਰੀਜ਼ 'ਚ ਬੇਸਡ ਨੇ ਤੇ ਲੋਕਲ ਲੈਵਲ ਤੇ ਇਹੋ ਜਿਹਾ ਕੋਈ ਮੇਨ A ਕੈਟਾਗਰੀ ਦਾ ਹਾਲੇ ਕੋਈ ਗੈਂਗਸਟਰ ਨਹੀਂ ਹੈਗਾ ਜਿਹਨੂੰ ਅਸੀਂ ਕਹਿ ਦਈਏ ਕਿ ਵੀ ਉਹ ਇੱਥੇ ਪੰਜਾਬ ਦੇ ਵਿੱਚ ਘੁੰਮ ਰਿਹਾ। ਜਿਹੜੇ ਬੰਦੇ A ਕੈਟਾਗਰੀ ਦੇ ਬਾਹਰ ਚਲੇ ਗਏ ਤੇ ਤੁਹਾਡੀ ਨਿਗਾਹ ਹੇਠਾਂ ਉਹਨਾਂ ਦੇ ਕੁਝ ਦੇ ਨਾਮ ਦੱਸੋਗੇ? ਹਾਂਜੀ, ਇਹਨਾਂ ਦੇ ਵਿੱਚੋਂ ਤੁਸੀਂ ਤੁਹਾਨੂੰ ਪਤਾ ਹੀ ਹੈ, ਅਰਸ਼ ਡੱਲਾ ਹੈ, ਲੰਡਾ ਹਰੀਕੇ ਹੈ, ਸੱਤਾ ਹੈ, ਸਤਬੀਰ ਸੱਤਾ ਤੇ ਆਪਣਾ ਲੱਕੀ ਪਟਿਆਲ। ਬਾਕੀ ਜਿਹੜੇ ਹੈਰੀ ਚੱਠਾ ਪ੍ਰੋਬੇਬਲੀ ਜਿਹੜਾ ਬਾਹਰ ਹੈ, ਮਤਲਬ ਰਿਊਮਰ ਟੂ ਬੀ ਬੋਥ ਇੱਥੇ ਵੀ ਤੇ ਬਾਹਰ ਵੀ। ਤੇ ਸਿਮਿਲਰਲੀ ਕੁਝ ਹੋਰ ਨਾਂ ਨੇ ਜਿਹੜੇ ਇੱਥੋਂ ਮੂਸੇ ਵਾਲਾ ਕੇਸ ਦੇ ਵਿੱਚ ਸਚਿਨ ਥੱਪਨ ਤੇ ਰੋਹਿਤ ਗੁਦਾਰਾ, ਇਹ ਕੁਝ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਮੈਂਬਰ ਨੇ, ਉਹ ਜਿਹੜੇ ਹੈਗੇ ਨੇ ਕੁਝ ਐਬਸਕੌਂਡਿੰਗ ਚੱਲ ਰਹੇ ਨੇ ਜਿਹੜੇ ਸਾਨੂੰ ਵਾਂਟਡ ਨੇ। ਸੋ ਯੂ ਆਰ ਔਨ ਦ ਟ੍ਰੇਲ। ਮੈਂ ਹੁਣ ਤੁਹਾਨੂੰ ਇਹ ਪੁੱਛਦਾ ਕਿ ਤੁਹਾਡਾ ਕੀ ਵਿਊ ਆ ਇਹ ਬੰਦੇ ਜਿਹੜੇ ਗੈਂਗਸਟਰ ਬਣੇ ਆ? ਡੂ ਯੂ ਥਿੰਕ ਸਟੇਟ ਸ਼ੁੱਡ ਪ੍ਰੋਵਾਈਡ ਐਨ ਓਪਰਚੁਨਿਟੀ ਕਿ ਇਹ ਬੰਦਿਆਂ ਨੂੰ ਕਿਸੇ ਤਰੀਕੇ ਨਾਲ ਰਿਫਾਰਮ ਕਰਕੇ ਲਾਅ ਦੇ ਅੱਗੇ ਲਿਆ ਕੇ ਸਰੈਂਡਰ ਕਰਾ ਕੇ ਜੇ ਮੰਨ ਜਾਣ ਇਹਨਾਂ ਨੂੰ ਅਦਾਲਤ ਅੱਗੇ ਪੇਸ਼ ਕੀਤਾ ਜਾਣਾ ਚਾਹੀਦਾ ਸਬੂਤਾਂ ਦੇ ਨਾਲ, ਤੇ ਜੋ ਸਜ਼ਾ ਫਿਰ ਅਦਾਲਤ ਦੇਵੇਗੀ ਉਹ ਫਿਰ ਇਹ ਆਪਣੀ ਕੈਦ ਭੁਗਤ ਸਕਦੇ ਆ। ਡੂ ਯੂ ਥਿੰਕ ਰਿਫਾਰਮ ਹੋਣਾ ਚਾਹੀਦਾ? ਨਹੀਂ, ਜਿਹੜਾ ਤੁਸੀਂ ਇਹ ਕੁਐਸਚਨ ਰੇਜ਼ ਕੀਤਾ ਬੜਾ ਇੰਪੋਰਟੈਂਟ ਹੈ। ਪੰਜਾਬ ਪੁਲਿਸ ਦੀ ਆਪਣੇ ਆਪ ਦੇ ਵਿੱਚ ਕਿਸੇ ਨੇ ਕੋਈ ਪਰਸੈਪਸ਼ਨ ਬਣਾਈ ਹੈ, ਉਹ ਹੋ ਸਕਦਾ ਕਿ ਵੀ ਉਹ ਤਾਂ ਆਪਣੇ ਔਨ ਵਾਟ ਬੇਸਿਸ ਦੇ ਹੈਵ ਮੇਡ ਇਟ, ਦੈਟਸ ਅ ਡਿਫਰੈਂਟ ਮੈਟਰ। ਬਟ ਜਿਹੜੇ ਕ੍ਰਿਮੀਨਲਸ ਨੇ, ਅਸੀਂ ਤਾਂ ਉਹਨਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਹੈ, CM ਸਾਹਿਬ ਨੇ ਵੀ ਅਪੀਲ ਕੀਤੀ ਹੈ, DG ਸਾਹਿਬ ਨੇ ਵੀ ਅਪੀਲ ਕੀਤੀ ਹੈ ਕਿ ਜਿਹੜੇ ਵੀ ਸਰੈਂਡਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਲਾਅ ਦੇ ਅਨੁਸਾਰ ਜੋ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਓਪਨਲੀ। ਅੱਜ ਵੀ ਆਈ ਥਿੰਕ ਦੈਟਸ ਵਾਟ ਜਿਹੜੀ ਸਾਡੀ ਸਭ ਦੀ DG ਸਾਹਿਬ ਵੱਲੋਂ ਡਾਇਰੈਕਸ਼ਨਸ ਨੇ ਕਿ ਵੀ ਉਹ ਆਉਣ, ਆਪਣਾ ਸਰੈਂਡਰ ਕਰਨ ਤੇ ਲੈਟ ਦੈਮ ਫੇਸ ਅਸੀਂ ਤਾਂ ਉਹਨਾਂ ਨੂੰ ਅਰੈਸਟ ਕਰਕੇ ਜਿਹੜੇ ਕ੍ਰਾਈਮਸ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਹੈ ਤੇ ਉਹਨਾਂ ਦੇ ਵਿੱਚ ਉਹਨਾਂ ਦੇ ਅਗੇਂਸਟ ਅਸੀਂ ਐਵੀਡੈਂਸ ਇਕੱਠੀ ਕਰਕੇ ਕੋਰਟ ਨੂੰ ਦੇਵਾਂਗੇ। ਵੀ ਆਰ ਨਾਟ ਦੀ ਫਾਈਨਲ ਪਨਿਸ਼ਿੰਗ ਅਥਾਰਟੀ, ਅਲਟੀਮੇਟਲੀ it is for the courts and we have a very robust system of judiciary. ਚੌਹਾਨ ਸਾਹਿਬ, ਹੁਣ ਮੈਂ ਆਉਣਾ ਲਖਬੀਰ ਲੰਡੇ ਤੇ। ਬਾਕੀਆਂ ਨਾਲ ਤਾਂ ਖੈਰ ਮੈਂ ਇੰਨਾ ਮੇਰਾ ਤਾਰਫ ਨਹੀਂ ਹੈ। ਅੱਜ ਬਾਰਡਰ ਏਰੀਆ ਦੇ ਵਿੱਚ ਘੁੰਮਦੇ ਘਮਾਉਂਦੇ ਅਸੀਂ ਲਖਬੀਰ ਲੰਡੇ ਦੇ ਪਰਿਵਾਰ ਨੂੰ ਮਿਲੇ, ਉਹਦੀ ਮਦਰ ਨੂੰ, ਫਾਦਰ ਨੂੰ। ਜੋ ਉਹਨਾਂ ਨੇ ਸਾਨੂੰ ਕਿਹਾ, ਦੱਸਿਆ ਇੰਟਰਵਿਊ ਦੇ ਵਿੱਚ, ਉਹ ਸਾਡੇ ਤੁਸੀਂ ਆਉਣ ਵਾਲੇ ਐਪੀਸੋਡ ਦੇ ਵਿੱਚ ਦੇਖੋਗੇ। ਪਰ ਜਿਹੜੇ ਪੁਆਇੰਟਸ ਐਮਰਜ ਕੀਤੇ, ਉੱਭਰ ਕੇ ਆਏ, ਉਹ ਇਹ ਆ ਕਿ ਲਖਬੀਰ ਲੰਡਾ ਆਪਣੀ ਮਰਜ਼ੀ ਨਾਲ ਗੈਂਗਸਟਰ ਨਹੀਂ ਬਣਿਆ, ਕ੍ਰਿਮੀਨਲ ਨਹੀਂ ਬਣਿਆ। ਕੁਝ ਪ੍ਰਸਥਿਤੀਆਂ ਸਾਨੂੰ ਦੱਸੀਆਂ ਗਈਆਂ ਜਿਨ੍ਹਾਂ ਕਾਰਨ ਉਹ ਇਸ ਰਾਹ 'ਤੇ ਤੁਰਿਆ। ਵਾਟ ਹੈਵ ਯੂ ਸੇ ਅਬਾਊਟ ਦੈਟ? ਦੇਖੋ, ਕਾਰਨ ਕੋਈ ਵੀ ਹੋਵੇ, ਇਹ ਤਾਂ ਹਰ ਇੱਕ ਬੰਦੇ ਦੀ, ਇਹ ਤਾਂ ਜਦੋਂ ਕ੍ਰਾਈਮ ਕਰਦਾ ਹੈ ਕੋਈ ਨਾ ਕੋਈ ਪ੍ਰਸਥਿਤੀ ਤਾਂ ਹੋਣੀ ਹੈ। ਜਿਸ ਵੇਲੇ ਵੀ ਉਹ ਕ੍ਰਾਈਮ ਕਰਦਾ ਹੈ, ਉਹ ਫੈਸਲਾ ਲੈਂਦਾ, ਜਾਂ ਉਹ ਜਦੋਂ ਉਹਨੇ ਕ੍ਰਾਈਮ ਕਮਿਟ ਕਰਤਾ
ਤਾਂ ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ ਵੀ ਕਿੰਨੀਆਂ ਪ੍ਰਸਥਿਤੀਆਂ ਦੇ ਵਿੱਚ ਤੁਸੀਂ ਹੋ। ਫਿਰ ਤਾਂ ਫ੍ਰੀ ਫॉर ਆਲ ਹੈ। ਅੱਜ ਕਿਸੇ ਦਾ ਕੋਈ ਭਰਾ ਮਾਰ ਦਿੰਦਾ, ਕੱਲ ਨੂੰ ਦੂਜਾ ਭਰਾ ਉਹਦਾ ਬਦਲਾ ਲੈ ਲੈਂਦਾ, ਤਾਂ ਉਹਦੀਆਂ ਪ੍ਰਸਥਿਤੀਆਂ ਉਹ ਨਾਰਮਲ ਹੋ ਗਈਆਂ। ਸੋ ਇਹ ਬੜਾ ਔਖਾ ਹੈ ਡਿਫਾਈਨ ਕਰਨਾ ਪ੍ਰਸਥਿਤੀਆਂ ਨੂੰ। ਸੋ ਮੈਂ ਇਹਦੇ ਨਾਲ ਇਹ ਹੈ, ਇਹਨੂੰ ਜਿਹੜੀ ਅਸੀਂ ਇਹਦੇ ਵਿੱਚ ਕਲੀਅਰਲੀ ਇਹਦੇ 'ਚ ਜਿਹੜਾ ਕ੍ਰਾਈਮ ਦੇ ਵਿੱਚ ਜਿਹੜਾ ਇੱਕ ਵਾਰੀ ਬੰਦਾ ਜਿਹੜਾ ਐਂਟਰ ਕਰਦਾ, ਉਹਦੇ 'ਚ ਜੇ ਉਹਨੂੰ ਇਹ ਪਤਾ ਸੀਗਾ ਕਿ ਮੈਂ ਇਸ ਪ੍ਰਸਥਿਤੀ ਦੇ ਵਿੱਚ ਇੱਕ ਕ੍ਰਾਈਮ ਕਰ ਦਿੱਤਾ, ਤਾਂ ਉਹਨੂੰ ਫਿਰ ਉੱਥੇ ਆਪਣੇ ਆਪ ਨੂੰ ਪੁਲਿਸ ਕੋਲੇ ਸਰੈਂਡਰ ਕਰਨਾ ਚਾਹੀਦਾ ਸੀ, ਜਾਂ ਉਹਦੀ ਇਨਵੈਸਟੀਗੇਸ਼ਨ ਜੁਆਇਨ ਕਰਦਾ, ਜਾਂ ਉਹਦੇ 'ਚ ਜੋ ਵੀ ਉਹਦੇ 'ਚ ਫਰਦਰ ਹੁੰਦਾ। ਹੀ ਸ਼ੁੱਡ ਹੈਵ ਫੇਸ ਦ ਟ੍ਰਾਇਲ। ਦੇਰ ਆਰ ਸੋ ਮੈਨੀ ਅਦਰਸ ਜਿਹੜੇ ਕ੍ਰਾਈਮ ਹੁੰਦੇ ਨੇ, ਨਾਰਮਲ ਕ੍ਰਾਈਮ ਹੁੰਦੇ ਨੇ, ਕ੍ਰਿਮੀਨਲਸ ਅਰੈਸਟ ਹੁੰਦੇ ਨੇ, ਉਹ ਜੇਲ੍ਹ ਆਪਣਾ ਜਾਂਦੇ ਨੇ, ਟ੍ਰਾਇਲਸ ਫੇਸ ਕਰਦੇ ਨੇ, ਕਨਵਿਕਟ ਹੁੰਦੇ ਨੇ ਜਾਂ ਐਕਵਿਟ ਹੁੰਦੇ ਨੇ। ਚੌਹਾਨ ਸਾਹਿਬ, ਮੈਂ ਸਾਡੇ ਜਿਹੜੇ ਪੰਜਾਬੀ ਵੀਰ ਆ, ਬੜੀ ਮੈਂ ਇੱਕ ਸਰਲ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ। ਤੁਸੀਂ ਦੁੱਧ ਉਬਾਲ ਰਹੇ ਹੋ, ਉਬਾਲਾ ਆ ਜਾਂਦਾ ਹੈ, ਖੜੇ ਹੋ, ਹੱਥ 'ਤੇ ਪੈ ਜਾਂਦਾ ਹੈ, ਮੱਚ ਜਾਂਦਾ ਹੈ, ਕੀ ਕਰਦੇ ਹੋ? ਬਰਨੌਲ ਲਾਉਂਦੇ ਹੋ, ਆਟਾ ਲਾਉਂਦੇ ਹੋ, ਪਾਣੀ ਥੱਲੇ ਕਰਦੇ ਹੋ? ਬਿਲਕੁਲ ਕਰਦੇ ਹੋ। ਹਾਂਜੀ। ਹੁਣ ਸਥਿਤੀ ਇਹ ਆ ਲਖਵੀਰ ਲੰਡੇ ਦੀ, ਹੱਥ ਮੱਚ ਗਿਆ, ਚਾਹੁੰਦਾ ਉਹ ਜਾਂ ਉਹਦਾ ਪਰਿਵਾਰ ਚਾਹੁੰਦਾ ਕਿ ਬਰਨੌਲ ਲਾਤੀ ਜਾਵੇ ਸਟੇਟ ਵੱਲੋਂ, ਤਿਆਰ ਹੋ? ਮੇਰਾ ਖਿਆਲ ਦੇਖੋ ਜੀ, ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਜੀ ਉਹ ਆਵੇ, ਵਲੰਟੀਅਰ ਸਰੈਂਡਰ ਕਰੇ, ਆ ਕੇ ਇੱਥੇ ਕੋਰਟ ਦੇ ਵਿੱਚ ਆਪਣਾ ਟ੍ਰਾਇਲ ਫੇਸ ਕਰੇ। ਹਾਂ, ਇਹ ਅਸੀਂ ਅਸ਼ੋਰ ਕਰਦੇ ਹਾਂ ਕੋਈ ਵੀ ਇਸ ਤਰ੍ਹਾਂ ਦੀ ਉਹਦੇ ਮਨ, ਕਿਸੇ ਦੇ ਵੀ ਮਨ 'ਚ ਇੱਕ ਡਾਊਟ ਨਾ ਹੋਵੇ ਵੀ ਕਿ ਜੇ ਅਸੀਂ ਉਹਨੂੰ ਇੰਪਲੀਕੇਟ ਕਰ ਦਾਂਗੇ ਜਾਂ ਹੋਰ ਕਰਾਂਗੇ, ਨਾ ਹੀ ਅਸੀਂ ਕੀਤਾ। ਸੋ ਇਹ ਜਿਹਾ ਕੋਈ ਸਾਡਾ ਇੰਟੈਂਸ਼ਨ ਨਹੀਂ। ਮੈਂ ਉਹਦੇ ਨਾਲ ਇੱਕ ਐਡ ਕਰਦਾ, ਤੁਸੀਂ ਜਿਹੜੀ ਮੱਲਮ ਵਾਲੀ ਗੱਲ ਕਰਦੇ ਹੋ, ਅਸੀਂ ਸਾਡੇ ਇੱਥੇ ਇੱਕ RPG ਅਟੈਕ ਹੋਇਆ ਸੀਗਾ, ਇਫ ਯੂ ਆਰ ਅਵੇਅਰ, ਵੀ ਸਰਾਲੀ ਪੁਲਿਸ ਸਟੇਸ਼ਨ ਦੇ ਉੱਤੇ। ਤਾਂ RPG ਅਟੈਕ ਦੇ ਵਿੱਚ ਜਿਹੜੇ ਬੰਦੇ ਸੀ, ਦੋਸ਼ੀ ਸੀਗੇ, ਅਸੀਂ ਅਰੈਸਟ ਕਰ ਲਏ। ਹਾਲਾਂਕਿ ਉਹ ਸਾਰੇ 16 ਤੋਂ ਲੈ ਕੇ 21 ਸਾਲ ਦੇ ਵਿੱਚ ਜ਼ਿਆਦਾਤਰ ਜੁਵੀਨਾਈਲ ਸੀਗੇ। ਜ਼ਿਆਦਾਤਰ ਉਹਨਾਂ ਦੇ ਵਿੱਚੋਂ ਮਤਲਬ ਐਜ਼ ਡਿਸਕਸਡ ਐਂਡ ਐਡਵਾਈਜ਼ਡ ਬਾਈ ਦੀ ਡਾਇਰੈਕਟਰ ਜਨਰਲ ਪੁਲਿਸ ਸਾਡੇ, ਉਹਨਾਂ ਨੇ ਕਿ ਵੀ ਜਿਹੜੇ ਬੱਚਿਆਂ ਦਾ ਅਸੀਂ ਮਾਈਨਰ ਰੋਲ ਹੈ ਜਾਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਉਹ ਕੀ ਕਰ ਰਹੇ ਨੇ, ਹਾਲਾਂਕਿ ਕ੍ਰਾਈਮ ਤਾਂ ਸੀਗਾ, ਬਟ ਉਹ ਇੱਕ ਫੈਸਲਾ ਲਿਆ ਐਟ ਦੀ ਹਾਈਐਸਟ ਲੈਵਲ ਕਿ ਵੀ ਵਿਲ ਗਿਵ ਦੈਮ ਅ ਚਾਂਸ। ਅਸੀਂ ਤਕਰੀਬਨ 7 ਜਾਣੇ ਅਸੀਂ ਉਹ ਰਿਲੀਜ਼ ਕੀਤੇ, ਹੈਂਡਡ ਓਵਰ ਟੂ ਦੇਅਰ ਪੇਰੈਂਟਸ। ਤੁਸੀਂ ਇਹ ਦੇਖੋ ਵੀ ਉਹ ਬੱਚਿਆਂ ਦਾ ਫਿਊਚਰ ਇੱਕ ਬੰਦੇ ਕਰਕੇ ਖਰਾਬ ਕਿੰਨਾ ਹੋਣਾ ਸੀ। ਤੁਸੀਂ ਕਹਿੰਦੇ ਪ੍ਰਸਥਿਤੀਆਂ ਦੀ ਗੱਲ ਕਰ ਰਹੇ ਹੋ, ਉਹਦੀ ਤਾਂ ਪ੍ਰਸਥਿਤੀਆਂ ਖਰਾਬ ਹੋ ਗਈਆਂ ਇੱਕ ਬੰਦੇ ਦੀਆਂ, ਤੇ ਜਿਹੜੇ ਉਹਨਾਂ ਨੇ ਬਾਕੀ ਦੇ ਪਰਿਵਾਰ, ਜਿਹੜੇ ਬਾਕੀ ਬੱਚੇ ਇਨਵੋਲਵ ਕੀਤੇ ਨੇ, ਉਹਨਾਂ 'ਚ ਪ੍ਰਸਥਿਤੀਆਂ ਉਹਨਾਂ ਦੀਆਂ ਕਿਉਂ ਖਰਾਬ ਕਰ ਰਹੇ, ਬਣਾ ਰਹੇ ਫਿਰ ਉਹ? ਚੌਹਾਨ ਸਾਹਿਬ, ਪ੍ਰਸਥਿਤੀਆਂ 'ਤੇ ਆਉਂਦੇ ਆ। ਸਾਡੀ ਤੁਸੀਂ ਇੰਟਰਵਿਊ ਕੁਝ ਦਿਨਾਂ 'ਚ ਦੇਖੋਗੇ ਜੋ ਅਸੀਂ ਉਹਦੇ ਪਰਿਵਾਰ ਨਾਲ ਕੀਤੀ। ਉਹਨਾਂ ਨੇ ਕੁਝ ਵਿਅਕਤੀਆਂ ਦੇ, ਉਸ ਵਕਤ ਦੇ ਅਕਾਲੀ ਲੀਡਰਾਂ ਦੇ, ਜਿਹੜੇ ਕਿ ਗਲਤ ਕੰਮਾਂ 'ਚ ਇਨਵੋਲਵ ਸੀ, ਉਹਨਾਂ ਦੇ ਨਾਮ ਲਏ ਆ। ਪਹਿਲਾਂ ਦੇ ਉਹਨਾਂ ਨੇ ਜੋ ਕਾਰਵਾਈਆਂ ਕੀਤੀਆਂ, ਜੋ ਪ੍ਰਸਥਿਤੀਆਂ ਉਹਨਾਂ ਨੇ ਪੈਦਾ ਕੀਤੀਆਂ, ਜਿਵੇਂ ਲੰਡੇ ਦੇ ਉੱਤੇ ਉਹਦੇ ਭਰਾ ਨੂੰ ਵੱਢ ਟੁੱਕ ਕੇ ਸੱਟਿਆ ਗਿਆ, ਉਹ ਵੀ ਚਲਿਆ ਗਿਆ ਛੱਡ ਕੇ ਭਾਰਤ, ਲੰਡਾ ਵੀ ਚਲਿਆ ਗਿਆ। ਲੰਡੇ ਦੇ ਘਰ 'ਤੇ ਜਿਸ ਤਰੀਕੇ ਨਾਲ ਅਟੈਕ ਹੋਇਆ, ਗੋਲੀਆਂ ਚੱਲੀਆਂ, ਨੰਗੇ ਹੋ ਕੇ ਪਿਸ਼ਾਬ ਕੀਤਾ, ਜੋ ਮਤਲਬ ਕਿ ਵਾਹਿਯਾਤ ਕਾਰਵਾਈਆਂ ਕੁਝ ਵਿਅਕਤੀਆਂ ਨੇ ਕੀਤੀਆਂ, ਉਹ ਥੋੜ੍ਹੇ ਨੋਟਿਸ 'ਚ ਜੇ ਨਹੀਂ ਹੈਗੀਆਂ ਤਾਂ ਤੁਸੀਂ ਇੰਟਰਵਿਊ ਸੁਣੋਗੇ ਤੁਹਾਨੂੰ ਮਿਲ ਜਾਣਗੀਆਂ। ਡੂ ਯੂ ਥਿੰਕ ਉਹਨਾਂ ਦੇ ਵਿਰੁੱਧ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਆ? ਨਹੀਂ, ਬਿਲਕੁਲ ਜੀ, ਮੈਂ ਤਾਂ ਇਹ ਕਹਿ ਰਿਹਾ, ਉਹਨਾਂ ਨੇ ਜਿਹੜੀ ਗਲਤੀਆਂ ਕੀਤੀਆਂ ਨੇ ਉਹਨਾਂ ਦੇ ਖਿਲਾਫ ਉਹਨਾਂ ਦੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਤੇ ਨਾਲ ਇਹ ਵੀ ਕਹਿਣਾ ਕਿ ਉਹਨਾਂ ਨੇ ਗਲਤੀ ਕੀਤੀ ਹੈ, ਇਸ ਕਰਕੇ ਮੈਂ ਗਲਤੀ ਕਰਾਂ। ਟੂ ਰੋਂਗਸ ਡੂ ਨਾਟ ਮੇਕ ਅ ਰਾਈਟ। ਬਿਲਕੁਲ ਠੀਕ ਹੈ, ਮੈਂ ਤੁਹਾਨੂੰ ਐਗਰੀ ਕਰਦਾ। ਟੂ ਰੋਂਗਸ ਡੋਂਟ ਮੇਕ ਅ ਰਾਈਟ। ਹੁਣ ਸਥਿਤੀ ਇਹ ਆ ਕਿ ਉਹਦਾ ਪਰਿਵਾਰ ਚਾਹੁੰਦਾ ਕਿ ਸਾਡੇ ਮੁੰਡੇ ਦਾ ਕਿਤੇ ਇਨਕਾਊਂਟਰ ਨਾ ਕਰ ਦਿਓ, ਅਸੀਂ ਤਾਂ ਉਹਨੂੰ ਬੁਲਾ ਸਕਦੇ ਹਾਂ। ਉਹਦੇ ਫਾਦਰ ਨੇ ਗੱਲ ਕਹੀ ਆ, ਜੇ ਐਸ਼ੋਰੈਂਸ ਹੋਵੇ, ਉਹ ਕਹਿੰਦੇ ਵੀ ਅਸੀਂ ਆਪਦੇ ਬੇਟੇ ਨੂੰ ਬਾਹਰੋਂ ਬੁਲਾ ਸਕਦੇ ਹਾਂ। ਦੂਜੀ ਗੱਲ, ਤੁਸੀਂ ਕਹਿੰਦੇ ਹੋ ਜੀ ਅਸੀਂ ਨਜਾਇਜ਼ ਨਹੀਂ ਕਰਦੇ। ਤੁਸੀਂ ਉਹਦੇ ਬਾਪੂ ਬੁੜੇ ਤੇ 1.5 ਸਾਲ ਪਹਿਲਾਂ ਇੱਕ ਕਬਜ਼ਾ ਲੈਣ ਦਾ ਪਰਚਾ ਦਰਜ ਕਰਤਾ। ਉਹ ਵਿਚਾਰਾ ਪਿਆ, ਸ਼ੂਗਰ ਦਾ ਮਰੀਜ਼ ਆ, 5 ਵਾਰੀ ਉਹਨੂੰ ਹਾਰਟ ਅਟੈਕ ਹੋ ਚੁੱਕਿਆ। ਕਾਈਂਡਲੀ ਐਕਸਪਲੇਨ ਦਿਸ ਪਲੀਜ਼। ਨਹੀਂ, ਜੋ ਵੀ ਜੇ ਕਿਸੇ ਨੂੰ ਕੋਈ ਦੇਖੋ, ਮੈਨੂੰ ਇਸ ਗੱਲ ਬਾਰੇ ਪਤਾ ਵੀ ਨਹੀਂ ਹੈਗਾ ਕਿ ਵੀ ਉਹਦੇ ਫਾਦਰ ਦੇ ਉੱਤੇ ਕੋਈ ਕੇਸ ਰਜਿਸਟਰ ਹੋਇਆ ਹੈਗਾ ਜਾਂ ਉਹਦੇ ਤੇ ਕਬਜ਼ਾ ਕਰਨ ਦਾ ਕੇਸ ਰਜਿਸਟਰ ਹੋਇਆ। ਮੈਂ that he is open to submit an application, we will conduct a fair inquiry and get a fair investigation ਮੇਰੀ ਗੱਲ ਸੁਣੋ, ਕੋਈ ਬੰਦਾ ਤੁਹਾਨੂੰ ਐਪਲੀਕੇਸ਼ਨ ਦੇਣ ਦੀ
ਮਤਲਬ ਕਿ ਮਨ ਨਹੀਂ ਬਣਾਉਂਦਾ, ਕੋਸ਼ਿਸ਼ ਨਹੀਂ ਕਰਦਾ, ਤੁਹਾਡੇ ਕੋਲ ਆਉਂਦਾ ਨਹੀਂ। ਸਾਨੂੰ ਇੰਟਰਵਿਊ 'ਚ ਨੇ ਐਲੀਗੇਸ਼ਨ ਲਾਇਆ, ਜਦੋਂ ਉਹਨੇ ਪਬਲਿਕ ਡੋਮੇਨ ਦੇ ਵਿੱਚ ਪੁਲਿਸ ਤੇ ਇੱਕ ਐਲੀਗੇਸ਼ਨ ਲਾਤਾ, ਡੋਂਟ ਯੂ ਥਿੰਕ ਇਟਸ ਯੋਰ ਡਿਊਟੀ ਟੂ ਲੁੱਕ ਇਨਟੂ ਇਟ? ਵੀ ਵਿਲ ਲੁੱਕ ਇਨਟੂ ਇਟ। ਮੈਂ ਤਾਂ ਅਦਰਵਾਈਜ਼ ਵੀ ਜੇ ਕਿਸੇ ਦੇ ਵੀ ਮੈਂ ਆਪਣੀ ਐਕਸ਼ਨਸ ਲਈ ਰਿਸਪੌਂਸਿਬਲ ਹੈ, ਤੇ ਜੇ ਉਹਨਾਂ ਨੂੰ ਕਿਸੇ ਨੂੰ ਵੀ ਫॉर दैट ਮੈਟਰ ਨਾਟ ਓਨਲੀ ਹੀ, ਕਿਸੇ ਨੂੰ ਵੀ ਇਹ ਡਾਊਟ ਹੈਗਾ ਜਾਂ ਲੱਗਦਾ ਹੈ ਕਿ ਵੀ ਉਹਦੇ 'ਚ ਉਹਨੂੰ ਉਹਦੇ ਕਿਸੇ ਨਾਲ ਵਾਧਾ ਹੋਇਆ, ਵੀ ਆਰ ਰੈਡੀ ਟੂ ਗਿਵ them a fair chance, we will get a fair investigation done and but ਤੁਸੀਂ ਪਹਿਲਾਂ ਕਿਹਾ ਕਿ ਵੀ ਉਹਦੇ ਫਾਦਰ ਨੇ ਕਿਹਾ ਕਿ ਅਸੀਂ ਉਹਨੂੰ ਬੁਲਾ ਸਕਦੇ ਹਾਂ। I think I will discuss it with my senior officers and he is more than welcome, but I am sure they would be welcoming him कि भी आ जावे and let him face the trial. Yes, let him face it. Yes, the state absolutely, will absolutely. the state will accept him back Absolutely. into the mainstream. Absolutely. Reform ਕਰਨ ਦੇ ਵਿੱਚ ਉਹਦੀ ਉਹ process ਹੈਗਾ, he will be entitled to a fair trial. That is number one. Yeah. There will be no implication ਜਾਂ ਕੋਈ ਇਸ type ਦੀ ਜਿਹੜੀ ਵੀ ਉਹਦੇ ਮਨ 'ਚ ਕੋਈ ਡਾਊਟ ਹੈ। Third, it is for the judiciary to decide based on the evidences that are against. Agreed. ਤੁਸੀਂ ਟੈਰਰਿਜ਼ਮ ਵੇਲੇ ਵੀ ਕੰਮ ਕੀਤਾ। ਇਹੋ ਜਿਹੇ ਲੋਕ ਵੀ ਹੈਗੇ ਆ ਜਿਹੜੇ ਕਿ ਬੰਬ ਚਲਾਉਂਦੇ, ਮਰਡਰ ਕਰਦੇ, ਅਰੈਸਟ ਹੋਏ, ਫੜੇ ਗਏ। ਲਾਂਡੇ ਨੇ ਕਦੇ ਵੀ ਪੰਜਾਬ ਦੇ ਵਿੱਚ ਜ਼ਾਹਰਾ ਤੌਰ ਤੇ ਕਿਸੇ ਦਾ ਕਤਲ ਨਹੀਂ ਕੀਤਾ, ਕੋਈ ਬੰਬ ਨਹੀਂ ਚਲਾਇਆ। ਜਿਹੜੀ ਤੁਹਾਡੇ ਕੋਲ ਐਲੀਗੇਸ਼ਨਸ ਆ ਵੀ ਉਹ ਆਈਸ ਨਾਲ ਮਿਲ ਗਿਆ, ਇੱਥੇ ਡਰੱਗ ਵਿਕਾਉਂਦਾ, ਇੱਥੇ ਐਕਸਟੋਰਸ਼ਨ ਕਰਦਾ, ਠੀਕ ਆ, ਦਿਸ ਇਜ਼ ਆਲ ਬੇਸਡ ਔਨ ਦੀ ਸਟੇਟਮੈਂਟਸ of the people you arrest, and where is the cogent evidence and proof? How do you prove it? That is ਸਾਡੇ ਕੋਲੇ ਬਥੇਰੀਆਂ ਜਿਹੜੀਆਂ ਹੈਗੀਆਂ ਐਵੀਡੈਂਸਸ ਨੇ। ਇਟ ਇਜ਼ ਨਾਟ ਜਸਟ ਕਿ ਵੀ ਇੱਕ ਕਹਿਦਾ ਕਿਸੇ ਦੇ ਹੇਅਰ ਸੇ ਤੇ ਹੈ, that has been corroborated by different force, ਕਿਸੇ ਪ੍ਰੋਸੈਸ ਦੇ ਵਿੱਚ ਕਿਤੇ ਨਾ ਕਿਤੇ corroboration ਹੋਈ ਹੈ। ਇੱਕ ਬੰਦਾ ਤਾਂ ਕਹਿ ਸਕਦਾ, ਇੱਕ ਬੰਦੇ ਨੇ ਤਾਂ ਸਟੇਟਮੈਂਟ ਦੇ ਦਿੱਤੀ ਕਿ ਜੀ ਇਹ ਬੰਦਾ, ਦੋ ਬੰਦੇ, ਤਿੰਨ ਬੰਦੇ, and the people who are involved have made those statements, Sir, and that they are being corroborated also. Sir, law ਜਾਣਦੇ ਹੋ, ਸਟੇਟਮੈਂਟ ਤੁਸੀਂ ਜਿਹੜੇ ਬੰਦੇ ਅਰੈਸਟ ਕੀਤੇ ਕਾਰਪੋਰੇਟ ਤੁਸੀਂ ਗੱਲ ਕਰਦੇ ਹੋ, a statement of an accused is never relied upon. ਲਾਅ ਨਹੀਂ ਉਹਨੂੰ ਪਰਮਿਟ ਕਰਦਾ ਕਿ ਇੱਕ ਅਕਿਊਜ਼ ਤੁਸੀਂ ਫੜ ਲਿਆ, ਉਹ ਤੁਹਾਡੀ ਕਸਟਡੀ ਦੇ ਵਿੱਚ, ਪੁਲਿਸ ਦੀ ਕਸਟਡੀ ਦੇ ਵਿੱਚ ਉਹ ਬਿਆਨ ਦਿੰਦਾ, 161 ਦੇ ਦਿੰਦਾ, ਤੁਸੀਂ ਉਹਨੂੰ ਸੱਚ ਨਹੀਂ, ਲਾਅ ਨਹੀਂ ਮੰਨਦਾ ਉਹਨੂੰ। That is why we are saying let him come and explain to the courts. ਨਹੀਂ ਉਹ ਤਾਂ ਫਿਰ ਕਿਸੇ ਵੀ ਬੰਦੇ ਨੂੰ ਫੜ ਕੇ ਕੋਰਟ 'ਚ ਦੇ ਦਿਓ, ਚੰਗਾ ਵੀ ਕੋਰਟ 'ਚ ਕਰੀ ਚੱਲ। We are an investigating agency. ਅਸੀਂ police is an investigating agency. It collects evidence, records statements, corroborates it, and ਉਹਦੇ ਨਾਲ with evidence, with whatever physical evidence we have, and then we present that investigation to the court. Sir, and it is for the court to ਉਹ ਆ ਕੇ ਕਹਿ ਦੇਵੇ let him come and say। ਤੁਸੀਂ ਤਾਂ ਬੰਦੇ ਨੂੰ ਸਾਰ ਸੱਤੀ 'ਚ ਪਾ ਦਿਓਗੇ ਵੀ ਆਹ ਬਿਆਨ ਤੇਰਾ ਕਾਰਪੋਰੇਟ ਹੋ ਗਿਆ, ਤੂੰ ਹੁਣ ਕੋਰਟ ਚੱਲ, ਕੋਰਟ 'ਚ ਫਿਰ 8-10 ਸਾਲ ਉਹ ਟ੍ਰਾਇਲ ਚੱਲਦਾ ਰਵੇ, ਉਹ ਜ਼ਮਾਨਤ ਉਹਦੀ ਹੋਵੇ ਨਾ, ਹਵਾਦਾਰ 'ਚ ਬੈਠਾ ਰਵੇ। ਇਹ ਜਿਹੜਾ ਤੁਸੀਂ ਦੇਣਾ ਐਵੀਡੈਂਸ, ਉਹ ਇਟ ਸ਼ੁੱਡ ਬੀ ਵੈਰੀ ਸਟਰੋਂਗ ਐਂਡ ਐਡਮਿਟਡ, ਮਤਲਬ ਕਿ ਐਡਮਿਸਿਬਲ ਬਿਫੋਰ ਦੀ ਲਾਅ। ਬਟ ਦੇਖੋ ਨਾ ਜੀ, ਵਾਈ ਸਾਡਾ ਕੋਈ ਲੰਡੇ ਦੇ ਨਾਲ ਪਰਸੇ ਇੰਡੀਵਿਜੂਅਲੀ ਤਾਂ ਕਿਸੇ ਨਾਲ ਕੋਈ ਉਹ ਨਹੀਂ ਨਾ ਹੈ। ਦੇਰ ਆਰ ਸੋ ਮਨੀ, ਦੈਟ ਇਜ਼ ਦ ਲਾਅ ਆਫ ਦ ਕੰਟਰੀ। ਲਾਅ ਤਾਂ ਕਹਿੰਦਾ ਵੀ ਤੁਸੀਂ ਜਿਹੜਾ ਕੋ-ਅਕਿਊਜ਼ਡ ਹੈ ਜਾਂ ਬੰਦਾ ਦੋਸ਼ੀ ਆ, ਉਹਦੀ ਸਟੇਟਮੈਂਟ ਤੇ ਰਿਲਾਈ ਨਹੀਂ ਕਰ ਸਕਦੇ। ਨਹੀਂ, ਰਿਲਾਈ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਅਸੀਂ ਇਨਵੈਸਟੀਗੇਸ਼ਨ 'ਚ ਉਹਨੂੰ ਰਿਲਾਈ ਕਰਦੇ ਹਾਂ। ਇਫ ਇਟ ਇਜ਼ ਕੋਰੈਬੋਰੇਟਡ, ਉਹੀ ਤਾਂ ਮੈਂ ਕਹਿ ਰਿਹਾ, ਉਹ ਇੱਕ ਨਹੀਂ ਨਾ ਹੁੰਦਾ, ਬਥੇਰੇ ਕੇਸਿਸ ਦੇ ਵਿੱਚ ਇਹ ਹੋ ਰਿਹਾ ਹੈ ਜਿਹੜੇ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਉਹ ਫੈਕਟਸ ਨਾਲ ਕੋਰਿਲੇਟ ਕੀਤਾ ਜਾਂਦਾ ਹੈ ਔਨ ਦ ਸਰਕਮਸਟੈਂਸਸ। ਹੁਣ ਜਿਹੜੀ ਹੁਣ ਪਰਟੀਕੁਲਰਲੀ ਜਿਹੜੇ ਆ, ਜਿਵੇਂ ਹੁਣ ਆ ਕੋਈ ਵੀ ਬੰਦਾ, ਦੈਟ ਮੀਨਸ ਬਾਹਰਲੇ ਬੈਠ ਕੇ ਬੰਦੇ, ਸਾਨੂੰ ਪਤਾ ਹੈ ਉਹਦੀਆਂ ਸਾਡੇ ਕੋਲੇ ਵੌਇਸ ਸੈਂਪਲਸ ਨੇ, ਕਾਲਸ ਨੇ, ਜਿਹਦੇ ਵਿੱਚ ਉਹ ਅੱਗੇ ਕਿਸੇ ਨੂੰ ਡਾਇਰੈਕਸ਼ਨ ਦੇ ਰਿਹਾ, ਉਹ ਨੇ, ਇਹਨਾਂ there so many other things। ਪੁਲਿਸ ਦੇ ਇੰਨੇ ਕੇਸ ਜਿਹੜੇ ਕਿ ਗਵਾਹਾਂ ਤੇ ਬੇਸਡ ਹੁੰਦੇ ਆ, ਜਿਹੜੇ ਤੁਸੀਂ ਕਹਿੰਦੇ ਕੋਰਪੋਰੇਟਿਵ ਐਵੀਡੈਂਸ ਹੁੰਦਾ, ਉਹ ਜਿਹੜੇ ਗਵਾਹ ਕੋਰਟ 'ਚ ਜਾ ਕੇ ਪਲਟ ਜਾਂਦੇ ਆ। ਤੇ ਜਿਹੜਾ ਹੁਣ ਬੜਾ ਰੌਲਾ ਜੀ, WhatsApp ਤੇ ਮੈਸੇਜ ਆ ਗਿਆ, WhatsApp ਤੇ ਫੋਨ ਹੋ ਗਿਆ, ਉਹ ਜਿਹੜੀ ਆਵਾਜ਼ ਹੈ ਜਾਂ WhatsApp ਤੇ ਕੋਈ ਹੁੰਦੀ ਆ, ਡੂ ਯੂ ਥਿੰਕ ਕੋਰਟ ਵਿਲ ਐਡਮਿਸਿਬਲ ਹੈਗਾ? ਨਹੀਂ, ਜਿੱਥੇ ਕੋਰਟ ਕਿਸੇ ਵੀ ਮੀਡੀਅਮ ਦੇ ਥਰੂ ਜੇ ਕੋਈ ਵੌਇਸ ਆਈ ਹੈ ਤੇ ਵੌਇਸ
ਮੈਚ ਕਰਦੀ ਹੈ ਸਾਇੰਟੀਫਿਕਲੀ ਤਾਂ ਉਹਦੇ ਚੋਂ ਡਿਨਾਈ ਕਿਵੇਂ ਕਰੂਗਾ? ਉਹ ਸਰ ਕੋਈ ਵੀ। ਜਿਹੜੇ ਫੋਰੈਂਸਿਕ ਰਿਪੋਰਟਸ ਨੇ ਦੇ ਆਰ ਨਾਟ ਐਬਸੋਲਿਊਟ, ਦੇ ਆਰ ਨਾਟ 100%. ਨਹੀਂ ਉਹ ਤਾਂ ਆਪਾਂ we are not here to judge the We are not the court. We are not the court. That's right. That is, we are here, we do our part. Okay. ਹਾਂਜੀ, and we give a fair opportunity to the person. Okay. And that's the law of the country. Okay. ਇੱਕ ਦੋ ਗੱਲਾਂ ਹੋਰ ਬਸ, ਆਪਾਂ ਬਾਹਲੀ ਲੰਬੀ ਨਹੀਂ ਕਰਨੀ ਜੀ ਹੁਣ। ਉਹਦੀ ਜਿਹੜੀ ਫੈਮਿਲੀ ਆ, ਜੀ ਯੂ ਆਰ ਏਜੰਸੀ ਆਫ ਦ ਸਟੇਟ, ਉਹਦੇ ਗੁਨਾਹ ਕਰਕੇ ਔਖਿਆਈ ਚ ਭੁਗਤ ਕੌਣ ਰਹੇ? ਉਹਦੇ ਮਾਂ-ਬਾਪ। ਬਿਲਕੁਲ। ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਇੱਕ ਬੰਦਾ ਭੱਜ ਗਿਆ, ਤੁਹਾਡੀ ਕੋਈ ਸੋਸ਼ਲ ਰਿਸਪੌਂਸਿਬਿਲਟੀ ਆ ਕਿ ਉਹਨੇ ਹਸਪਤਾਲ ਵੀ ਜਾਣਾ, ਪਿਓ ਨੂੰ ਲੈ ਕੇ, ਉਹ ਬੁੱਢੀ ਉਹਦੀ ਮਾਂ ਹੈ, ਵਹੀਕਲ ਕੋਈ ਹੈ ਨਹੀਂ, ਘਰੇ ਕੋਈ ਉਹਦੇ ਮੁਲਾਜ਼ਮ ਕੰਮ ਨਹੀਂ ਕਰਦਾ, ਰਿਸ਼ਤੇਦਾਰ ਫੋਨ ਨਹੀਂ ਕਰਦੇ, ਜਮਾਂ ਟੁੱਟ ਗਏ ਸਮਾਜ ਨਾਲੋਂ। ਉਹ ਜਿਹੜੇ ਬਜ਼ੁਰਗ ਆ, ਕਰੋਗੇ ਕੋਸ਼ਿਸ਼, ਕਹੋਗੇ ਥਾਣੇ ਵਾਲਿਆਂ ਨੂੰ ਵੀ ਕਦੇ ਕਦੇ ਜਾ ਕੇ ਹਾਲ ਪੁੱਛਿਆ ਕਰੋ? ਉਹ ਬਿਲਕੁਲ ਅਸੀਂ ਕਵਾਂਗੇ। ਜੇ ਸਾਨੂੰ ਦੇਖੋ, ਦ ਪੁਆਇੰਟ ਇਜ਼ ਕਿ ਇੱਕ ਬੰਦਾ ਬੈਠਾ ਹੈ ਬਾਹਰ, ਹੀ ਹੈਜ਼ ਟੂ ਸਟਾਪ ਹਿਜ਼ ਐਕਟੀਵਿਟੀਜ਼। ਜਿਹੜੀਆਂ ਐਕਸਟੋਰਸ਼ਨ ਕਾਲਸ ਅੱਜ ਵੀ ਆਫ ਐਂਡ ਔਨ ਆ ਰਹੀਆਂ ਨੇ, ਤੇ ਉਹਨਾਂ ਦੀ ਕੋਈ ਫੈਮਿਲੀ ਨਹੀਂ ਹੈ, ਬੱਚੇ ਨਹੀਂ ਹੈ। ਜਿਹੜਾ ਕੋਈ ਆਪਦਾ, ਜੇ ਕੋਈ ਚੰਗਾ ਸੌਖਾ ਹੈ, ਕੋਈ ਮਿਹਨਤ ਕਰ ਰਿਹਾ, ਕਮਾਈ ਕਰ ਰਿਹਾ ਹੈ, ਉਹਨੂੰ ਕਾਲ ਆ ਜਾਂਦੀ ਹੈ, ਉਹਦੀ ਨੀਂਦ ਹਰਾਮ ਹੋ ਜਾਂਦੀ ਹੈ। ਸਾਡੇ ਕੋਲੇ ਵਿਕਟਿਮਸ ਨੇ, ਤੁਸੀਂ ਕਦੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਵੀ ਉਹ ਕਿਵੇਂ ਵਿਚਾਰੇ ਇੱਕ ਮਿੰਟ ਜਿਹੜਾ ਹੈਗਾ ਉਹਨਾਂ ਦੇ ਮਿੰਟ ਲੰਘਦਾ ਹੈਗਾ ਆਪਣੇ ਬੱਚਿਆਂ ਦੀ। ਇਹ ਫੋਟੋਆਂ ਭੇਜਦੇ ਆ, ਤੇਰਾ ਬੱਚਾ ਫਲਾਣੇ ਸਕੂਲ ਜਾਂਦਾ ਹੈ, ਸਾਨੂੰ ਪਤਾ ਵੀ ਕੌਣ ਕਿਹੜੀ ਗੱਡੀ 'ਚ ਲੈ ਕੇ ਜਾਂਦੇ ਆ। ਤੁਸੀਂ ਦੱਸੋ ਵੀ ਕਾਮ ਜਿਹੜਾ ਬਿਜ਼ਨਸਮੈਨ ਹੈ, ਛੋਟੀ ਦੁਕਾਨ ਕਰਨ ਵਾਲਾ, ਉਹਦੇ ਤੇ ਕੀ ਬੀਤਦੀ ਹੈ? ਉਹਨਾਂ ਦੀਆਂ ਫੈਮਲੀਆਂ ਨਹੀਂ ਹੈ। ਮੈਂ ਜੀ ਬਿਲਕੁਲ ਮੰਨ ਗਈ ਗੱਲ ਤੁਹਾਡੀ। ਜੇ ਲਖਬੀਰ ਲੰਡਾ ਇਹੋ ਜਿਹੀਆਂ ਹਰਕਤਾਂ ਕਰ ਰਿਹਾ, ਨਿੰਦਣਯੋਗ ਆ, ਕੰਡੈਮ ਕਰਦੇ ਆ ਉਹਨੂੰ ਰੋਕਣੀਆਂ ਚਾਹੀਦੀਆਂ, ਜ਼ਿਆਦਤੀਆਂ ਨਹੀਂ ਕਰਨੀਆਂ ਚਾਹੀਦੀਆਂ। ਉਹ ਵੀ ਅਸੀਂ ਤੁਹਾਡੇ ਇਸ ਗੱਲ ਨਾਲ ਸਹਿਮਤ ਹਾਂ ਪੂਰੇ। ਪਰ ਇਹਦੇ ਨਾਲ ਜਿਹੜੀ ਦੂਜੀ ਗੱਲ ਆ, ਜਿਹੜੀ ਹਿਊਮਨਟੇਰੀਅਨ ਆ, ਇਨਸਾਨੀਅਤ ਆ, ਮਾਨਵਵਾਦ ਦੀ ਗੱਲ ਆ। ਅਸੀਂ ਇਹ ਨਹੀਂ ਕਹਿੰਦੇ ਕਿ ਵੀ ਜੇ ਉਹ ਇਹ ਕਰ ਰਿਹਾ ਤਾਂ ਅਸੀਂ ਵੀ ਉਹ ਕੰਮ ਕਰਾਂਗੇ। ਯੈਸ, ਸਾਡਾ ਇਹ ਜਿਹਾ ਕੋਈ ਵੀ ਉਹ ਨਹੀਂ ਹੈਗਾ ਕਿ ਵੀ ਅਸੀਂ ਉਹਨੂੰ ਟਿਟ ਫॉर ਟੈਟ ਵਾਲਾ ਉਹਨੂੰ ਕਰਨਾ ਹੈ। ਹਾਲਾਂਕਿ ਇਨ ਦਾ ਪ੍ਰੀਵੀਅਸ ਪਾਸਟ ਬਥੇਰੀਆਂ ਟੈਕਟਿਕਸ ਤੇ ਸਟ੍ਰੈਟਜੀਜ਼ ਅਪਣਾਈਆਂ ਜਾਂਦੀਆਂ ਨੇ, ਬਟ ਜੇ ਉਹ, ਮੈਂ ਤੁਹਾਨੂੰ ਫਿਰ ਇਹੀ ਕਹਿ ਰਿਹਾ ਕਿ ਇਫ ਹੀ ਇਜ਼ ਵਿਲਿੰਗ, ਲੈਟ ਹਿਮ ਕਮ, ਲੈਟ ਹਿਮ ਫੇਸ ਅ ਟਰਾਇਲ ਐਂਡ ਅ ਫੇਅਰ ਟਰਾਇਲ। ਮੈਂ ਕਿਹਾ ਜੀ ਬਿਲਕੁਲ ਠੀਕ ਆ। ਹੁਣ ਆਪਣੀ ਗੱਲ ਆਪਾਂ ਪੋਜ਼ਿਟਿਵ ਡਾਇਰੈਕਸ਼ਨ ਜਾ ਰਹੀ ਆ। ਉਹਦੇ ਫਾਦਰ ਨੇ, ਬਜ਼ੁਰਗਾਂ ਨੇ ਬੈੱਡ ਤੇ ਪਏ ਹੋਏ ਨੇ ਵਿਚਾਰਿਆਂ ਨੇ, ਬੜੀ ਮੁਸ਼ਕਲ ਨਾਲ ਗੱਲਬਾਤ ਕਰਦੇ ਹੋਏ ਸਾਡੇ ਨਾਲ ਇਹ ਕਿਹਾ ਕਿ ਅਸੀਂ ਬੁਲਾ ਸਕਦੇ ਹਾਂ, ਅਸੀਂ ਬੁਲਾ ਸਕਦੇ ਹਾਂ। ਤੁਸੀਂ ਉਸ ਬੁੜੇ ਮਾਂ ਪਿਓ ਨੂੰ ਕਿਸੇ ਤਰੀਕੇ ਨਾਲ ਕੌਨਫੀਡੈਂਸ ਲੈ ਕੇ ਸ਼ੋਰ ਕਰ ਸਕਦੇ ਹੋ? ਮੈਂ ਆਪ ਜਾ ਕੇ ਅਪਰੋਚ ਕਰੂੰਗਾ ਜੀ ਉਹਨਾਂ ਨੂੰ। ਤੁਸੀਂ ਮੈਂ ਰਿਕੁਐਸਟ ਕਰ ਲੂੰਗਾ ਉਹਨਾਂ ਨੂੰ ਵੀ ਜੇ ਤੁਸੀਂ ਕਰਾ ਸਕਦੇ ਹੋ ਤਾਂ ਕਰਾ ਲਓ ਜੀ। ਆਈ ਵਿਲ ਗੋ ਟੂ ਹਿਮ। ਵੀ ਮੈਂ ਐਨਕਾਊਂਟਰ ਨਹੀਂ ਕਰੂੰਗਾ। ਬਿਲਕੁਲ ਜਾ ਕੇ ਕਵਾਂਗੇ। ਅਸੀਂ ਕਿਉਂ ਕਿ ਜਹਾਜ਼ ਚੋਂ ਬੰਦੇ ਨੂੰ ਲੈ ਕੇ ਆ ਰਹੇ ਹਾਂ ਕਿਸੇ ਨੂੰ, ਜੇ ਕੋਈ ਬੰਦਾ ਆਊਗਾ ਸਰੈਂਡਰ ਕਰੂਗਾ, ਅਸੀਂ ਉਹਨੂੰ ਐਨਕਾਊਂਟਰ ਕਿਉਂ ਕਰਾਂਗੇ? ਗੁੱਡ। ਅਨਲੈਸ ਜੇ ਪੁਲਿਸ ਕੋਈ ਵੀ ਆਰ ਨਾਟ ਬਾਰਬੇਰੀਅਨਸ ਹੇਅਰ। ਜੇ ਪੁਲਿਸ ਨੇ ਕਿਤੇ ਰਿਸਪੌਂਡ ਕੀਤਾ ਹੈ, ਉਦੋਂ ਹੀ ਰਿਸਪੌਂਡ ਕੀਤਾ ਹੈ ਜਦੋਂ ਪੁਲਿਸ ਨੂੰ ਤੇ ਅਟੈਕ ਹੁੰਦਾ ਜਾਂ ਫਾਇਰ ਹੁੰਦਾ। ਤੇ ਪੁਲਿਸ ਕੋਲ, ਜੇ ਪੁਲਿਸ ਨੇ ਇਹ ਆਪਣੀ ਸਿਕਿਉਰਿਟੀ ਨਹੀਂ ਕਰਨੀ ਜਾਂ ਕਿਸੇ ਦੀ ਲਾਈਫ ਪ੍ਰੋਟੈਕਟ ਕਰਨ ਵਾਸਤੇ ਰਿਟਰਨ ਨਹੀਂ ਕਰਨੀ ਫਾਇਰ, ਤਾਂ ਫਿਰ ਅਸੀਂ ਇੰਨੇ ਆ ਬੰਦੋਬਸਤ ਜਿਹੜਾ ਚੱਕੀ ਫਿਰਦੇ ਆ, ਉਹਦੇ ਕਾਹਦੇ ਵਾਸਤੇ ਹੈ? ਨਹੀਂ, ਇਹ ਤਾਂ ਐਡਮਿਟਡ ਆ, ਹਾਂਜੀ, ਐਗਰੀਡ ਆ, ਐਂਡ ਦਿਸ ਇਜ਼ ਦ ਲਾਅ ਆਲ ਓਵਰ ਦ ਵਰਲਡ। ਨਹੀਂ, ਤੁਸੀਂ ਵਧੀਆ ਕੰਮ ਕਰ ਰਹੇ ਹੋ ਇਨ ਦੀ ਇੰਟਰਸਟ ਆਫ ਦੀ ਸੋਸਾਇਟੀ, ਇਹ 'ਚ ਕੋਈ ਦੋ ਰਾਏ ਨਹੀਂ। ਪਰ ਮੈਂ ਤਾਂ ਇੱਕ ਪਰਟੀਕੂਲਰ ਸਿਚੁਏਸ਼ਨ ਤੁਹਾਨੂੰ ਪ੍ਰੈਜ਼ੈਂਟ ਕਰ ਰਿਹਾ ਲਖਬੀਰ ਲੰਡੇ ਦੀ। ਠੀਕ ਹੈ, ਠੀਕ ਹੈ ਜੀ। ਇਸ ਪਰਟੀਕੂਲਰ ਕੇਸ ਦੇ ਵਿੱਚ ਜਿਹਦੇ ਤੇ ਮੈਂ ਥੋੜਾ ਜਿਹਾ ਕੰਮ ਕੀਤਾ, ਮਿਲ ਮੁਲ ਕੇ ਆਇਆ ਹਾਂ ਜੀ, ਇਹਦੇ ਵਿੱਚ ਜਿਹੜਾ ਪੁਆਇੰਟ ਐਮਰਜ ਹੋਇਆ ਕਿ ਇਹਦੇ ਵਿੱਚ ਇੱਕ ਕਿਰਨ ਦੀ ਰੋਸ਼ਨੀ ਹਲਕੀ ਜੀ ਨਜ਼ਰ ਆਉਂਦੀ ਆ। ਠੀਕ ਹੈ, ਜੇ ਨਜ਼ਰ ਆਉਂਦੀ ਆ ਤੇ ਫਿਰ ਮੈਂ ਸੋਚਦਾ ਕਿ ਇਨਸਾਨੀਅਤ ਦੇ ਤੌਰ ਤੇ ਵੀ ਤੇ ਸਟੇਟ ਦੇ ਇੰਟਰਸਟ 'ਚ ਵੀ ਤੇ ਲਾਅ ਵੀ ਇਹੀ ਕਹਿੰਦਾ ਕਿ ਤੁਸੀਂ ਇਸ ਕਿਰਨ ਨੂੰ ਦੇਖੋ ਤੇ ਉਹਦੇ ਵੱਲ ਕਦਮ ਵਧਾਓ। ਬਿਲਕੁਲ ਬਿਲਕੁਲ ਠੀਕ ਹੈ। ਦੱਸੋ ਫਿਰ ਕਦੋਂ ਜਾਓਗੇ ਉਹਦੇ ਮਾਪਿਆਂ ਨੂੰ ਮਿਲਣ? ਮੈਂ ਗੱਲ ਕਰ ਲੂੰਗਾ ਜੀ। ਸਿੰਸ ਯੂ ਮੈਨੂੰ ਪਹਿਲੀ ਵਾਰੀ ਇਹ ਜਿਹੜਾ ਮੈਸੇਜ ਮਿਲਿਆ, ਜੇ ਇਫ ਹੀ ਇਜ਼ देयर ਤਾਂ ਡੈਫੀਨਿਟਲੀ ਇਨ ਦਾ ਨੈਕਸਟ ਫਿਊ ਡੇਜ਼ ਆਈ ਮੇਕ ਅ ਪੁਆਇੰਟ। ਦੇਖੋ ਉਹ ਵਿਚਾਰਿਆਂ ਦੀ ਹਾਲਤ ਇੰਨੀ, ਉਹ ਫੀਅਰ ਸਾਈਕੋਸਿਸ 'ਚ ਆ ਕਿ ਅਸੀਂ
ਤੁਹਾਨੂੰ ਬੇਨਤੀ ਕੀਤੀ, ਅਸੀਂ ਕੁਝ ਹੋਰ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਅਸੀਂ ਪਰਿਵਾਰ ਨੂੰ ਮਿਲਣ ਜਾਣਾ, ਸਾਨੂੰ ਉਹਨਾਂ ਦਾ ਘਰ ਟਿਕਾਣਾ ਨਹੀਂ ਪਤਾ, ਕਾਈਂਡਲੀ ਸਾਨੂੰ ਤੁਸੀਂ ਹੈਲਪ ਕਰ ਦਿਓ ਕਿ ਅਸੀਂ ਉੱਥੇ ਪਹੁੰਚ ਜਾਈਏ। ਸੋ ਅਸੀਂ ਤੁਹਾਡੇ ਪੁਲਿਸ ਆਫੀਸਰਸ ਨਾਲ ਗੱਲਬਾਤ ਕੀਤੀ ਤੇ ਪੁਲਿਸ ਆਫੀਸਰ ਇੰਨੇ ਵਧੀਆ ਸਿਆਣੇ ਆ ਕਿ ਜੀ ਉਹਨਾਂ ਨੇ ਜਾ ਕੇ ਮਾਂ ਪਿਓ ਨੂੰ ਕਹਿਤਾ ਵੀ ਘਰ ਛੱਡ ਕੇ ਨਾ ਜਾਇਓ, ਅੱਜ ਤੁਹਾਨੂੰ ਬੰਦੇ ਮਿਲਣ ਆਉਣੇ। ਉਹ ਵਿਚਾਰੇ ਟੈਨਸ਼ਨ 'ਚ ਵੀ ਕੌਣ ਆ ਰਿਹਾ। ਉਹਦੇ ਜਿਹੜੇ ਫਾਦਰ ਆ ਟੈਨਸ਼ਨ ਹੋ ਗਈ, ਉਹਨੂੰ ਹਾਰਟ ਦੇ ਮਰੀਜ਼ ਆ। ਉਹਦੀ ਮਾਂ ਘਬਰਾ ਗਈ ਵੀ ਸਾਨੂੰ ਪੁਲਿਸ ਵਾਲਿਆਂ ਨੇ ਕਹਿ ਦਿੱਤਾ ਅੱਜ ਘਰ ਛੱਡ ਕੇ ਨਾ ਜਾਇਓ। ਇਹ ਜਿਹੜਾ ਤਰੀਕਾ ਤੁਸੀਂ ਫੰਡਾ ਅਡਾਪਟ ਕਰਦੇ ਹੋ, ਜੇ ਕਿਤੇ ਇੱਥੇ ਆਇਆ ਹੋਣਾ ਉਹ ਤਾਂ ਪ੍ਰੋਬਬਲੀ ਕਿਸੇ ਨੇ ਮੈਸੇਜ ਦਿੱਤਾ ਹੋਣਾ ਜਾਂ ਤੁਸੀਂ ਕਿਸੇ ਨੂੰ ਅਪਰੋਚ ਕੀਤਾ ਹੋਣਾ ਉਹਨਾਂ ਨੂੰ ਮਿਲਣ ਵਾਸਤੇ ਜਾਂ ਟਾਈਮ ਲੈਣ ਵਾਸਤੇ। ਨਹੀਂ, ਜੇ ਅਸੀਂ ਮੈਸੇਜ ਕਨਵੇ ਕਰਨਾ, ਕਹੋ ਵੀ ਇੱਕ ਜਰਨਲਿਸਟ ਟੀਮ ਆਈ ਆ, ਉਹ ਕਿਸੇ ਨੇ ਉਹ ਤੁਹਾਡੇ ਨਾਲ ਕਨਵੇ ਕਰਨ ਦੇ ਵਿੱਚ ਕਿਸੇ ਤੋਂ ਹੋ ਵੀ ਗਿਆ, ਤੁਹਾਨੂੰ ਮਿਲਣ ਆਉਣਾ। ਹਾਂਜੀ, ਇਹ ਕਹਿਣਾ ਵੀ ਅੱਜ ਕਿਸੇ ਨੇ ਆਉਣਾ ਘਰ ਛੱਡ ਕੇ ਨਾ ਜਾਇਓ, ਇਹ ਤਾਂ ਫਿਰ ਇਹ ਤਾਂ ਜਿਹੜਾ ਤਰੀਕਾ ਕਹਿਣ ਦਾ ਥੋੜਾ ਬਹੁਤ ਇੰਨੀ ਕੁ ਤਾਂ ਤੁਸੀਂ ਜਿਸ ਇਸ ਏਰੀਆ ਨੂੰ ਇੰਨੀ ਕੁ ਲਿਬਰਟੀ ਦੇ ਸਕਦੇ ਹੋ ਕਿ ਉਹ ਵੀ ਵਿਚਾਰੇ ਪਾਰਟ ਆਫ ਦੀ ਸੋਸਾਇਟੀ ਹੈ। ਉਹ ਮਤਲਬ ਇੰਨੇ ਉਹਨੇ ਮੇਰਾ ਕਹਿਣ ਦਾ ਮਤਲਬ ਹੈ ਇਜ਼ ਰਾਈਟ, ਮਤਲਬ ਵੀ ਵਿਲ ਐਜੂਕੇਟ them in the future। ਹਾਂ, ਯੂ ਨੀਡ ਟੂ ਐਜੂਕੇਟ ਯੋਰ ਫੋਰਸ। ਨਹੀਂ ਕਰ ਦਾਂਗੇ, ਉਹ ਤਾਂ ਮੈਂ ਤਾਂ ਕਹਿ ਰਿਹਾ ਕਿ ਵੀ ਨੀਡ, ਮੈਂ ਕਦੇ ਵੀ ਇਹ ਨਹੀਂ ਕਹਿੰਦਾ ਵੀ ਆਲਸੋ ਆਰ ਲਰਨਿੰਗ। ਕਈ ਵਾਰੀ ਬੜੀਆਂ ਕਿਸੇ ਗਲਤੀਆਂ ਵੀ ਨੇ, ਹੁੰਦੀਆਂ ਵੀ ਨੇ, ਪਰ ਅਸੀਂ ਵੀ ਆਰ ਆਲਵੇਜ਼ ਸਬਜੈਕਟ ਟੂ ਬੀ ਕਰੈਕਟਡ ਐਂਡ ਵੀ ਵਿਲ ਕਰੈਕਟ ਆਵਰਸੈਲਵਸ, ਵੀ ਵਿਲ ਇੰਪਰੂਵ, ਵਾਈ ਨਾਟ, ਜਿੱਥੇ ਕਿਤੇ ਲੋੜ ਹੈ। ਸੋ ਇਹ ਸਨ ਗੁਰਮੀਤ ਚੌਹਾਨ, ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ। ਖੁੱਲ੍ਹ ਕੇ ਗੱਲ ਹੋਈ, ਖਾਸ ਕਰਕੇ ਲਖਬੀਰ ਲੰਡੇ ਬਾਰੇ। ਇੱਕ ਕਿਰਨ ਰੋਸ਼ਨੀ ਦੀ ਨਜ਼ਰ ਆ ਰਹੀ ਆ ਔਰ ਇਹ ਮੰਨ ਵੀ ਰਹੇ ਆ, ਕੋਸ਼ਿਸ਼ ਕਰਨਗੇ ਕਿ ਉਸ ਨੂੰ ਮੁੱਖ ਧਾਰਾ ਵਿੱਚ ਲਿਆ ਕੇ ਰਿਫਾਰਮ ਵਾਲੇ ਪਾਸੇ ਤੋਰਿਆ ਜਾਏ। ਸਬੂਤ ਜਿਹੋ ਜਿਹੇ ਹੈਗੇ ਉਹ ਅਦਾਲਤ ਅੱਗੇ ਪੇਸ਼ ਕਰ ਦੇਣਗੇ, ਕੈਦ ਹੋਊ, ਭੁਗਤ ਲੂਗਾ, ਭਾਵੇਂ ਸਬੂਤ ਕੱਚੇ ਆ ਪੱਕੇ ਆ, ਇਹ ਤਾਂ ਪੱਕੇ ਹੀ ਕਹਿੰਦੇ ਆ। ਚਲੋ ਜਿੱਦਾਂ ਦੇ ਵੀ ਹੈਗੇ ਆ, ਆਪਾਂ ਕੰਟੈਸਟ ਨਹੀਂ ਕਰਦੇ, ਕਰੋ ਜੀ ਪੇਸ਼, ਉਹ ਬੁਲਾਓ ਜੀ ਉਹਨੂੰ ਉੱਥੋਂ। ਤੇ ਉਹਦੇ ਫਾਦਰ ਨੂੰ ਬੇਨਤੀ ਕਰਦੇ ਆ, ਮਦਰ ਨੂੰ ਵੀ, ਕਿ ਸੁਨੇਹਾ ਪਹੁੰਚਾਓ। ਤੇ ਐਸਐਸਪੀ ਸਾਹਿਬ ਇਹ ਵੀ ਸ਼ੋਰ ਕਰਦੇ ਆ ਕਿ ਉਹ ਉਹਦੇ ਮਾਂ ਪਿਓ ਨੂੰ ਜਾ ਕੇ ਮਿਲ ਕੇ ਖੁਦ ਸ਼ੋਰ ਕਰ ਦੇਣਗੇ ਕਿ ਉਹਦਾ ਝੂਠਾ ਮੁਕਾਬਲਾ ਨਹੀਂ ਹੋਏਗਾ, ਇਨਕਾਊਂਟਰ ਨਹੀਂ ਹੋਏਗਾ। I want to add, ਹਾਂਜੀ, ਮੈਂ ਕਰੈਕਟ ਕਰਦਾ, ਮੈਂ ਆਈ ਐਮ ਨਾਟ ਹੈਡਿੰਗ ਦੀ AGTF, ਆਈ ਐਮ ਅ ਮੈਂਬਰ ਆਫ ਦੀ ਟੀਮ ਐਂਡ ਲੁਕਿੰਗ ਆਫਟਰ, ਸਪੈਸ਼ਲੀ ਹੁਣ ਇਸ ਵੇਲੇ ਮੈਂ ਬਾਰਡਰ ਦਾ ਉਹਨੂੰ ਦੇਖ ਰਿਹਾ। ਦੂਸਰਾ, ਮੈਂ ਜਿਹੜਾ ਤੁਸੀਂ ਇਹ ਕਹਿ ਰਹੇ ਹੋ, ਉਹਨਾਂ ਦਾ ਲੰਡੇ ਦੀ ਵਰਸ਼ਨ ਦੇ ਫੈਮਿਲੀ ਦੀ ਵਰਸ਼ਨ ਸੁਣ ਲਈ। ਆਈ ਵਿਸ਼ ਕਿ ਤੁਸੀਂ ਜਿਹੜੇ ਉਹਨਾਂ ਦੇ ਵਿਕਟਿਮਸ ਨੇ, ਇੱਕ ਵਾਰੀ ਤੁਸੀਂ ਉਹਨਾਂ ਦੇ ਵੀ ਵਰਸ਼ਨ ਲਓ, ਜਿਹੜਿਆਂ ਦੇ ਜੋ ਬੀਤ ਰਹੀ ਹੈ ਉਹਨਾਂ ਨੂੰ ਸੁਣੋਗੇ ਤਾਂ ਸ਼ਾਇਦ ਤੁਹਾਨੂੰ ਇੱਕ ਵਾਰੀ ਯੂ ਨੀਡ ਟੂ ਲਿਸਨ ਟੂ देयर ਪਰਸਪੈਕਟਿਵ ਆਲਸੋ। ਚੌਹਾਨ ਸਾਹਿਬ ਦੀ ਸੁਜੈਸ਼ਨ ਵੈਲ ਰਿਸੀਵਡ, ਐਕਸੈਪਟ ਕਰਦੇ ਆ। 2-4 ਵਿਕਟਮਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਸਹਿਯੋਗ ਨਾਲ ਮਿਲਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਸਾਹਮਣੇ ਉਹਨਾਂ ਦਾ ਦੁੱਖ ਦਰਦ, ਉਹਨਾਂ ਦੀ ਘਬਰਾਹਟ, ਉਹ ਸਾਰੀ ਪੇਸ਼ ਕਰਾਂਗੇ। ਸਾਡਾ ਸਿਰਫ ਇੱਕੋ ਮਕਸਦ ਆ ਕਿ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਏ, ਜਿਹੜੇ ਕੋਈ ਗੁੰਮਰਾਹ ਹੋਏ ਮੁੰਡੇ ਆ ਉਹਨਾਂ ਨੂੰ ਵਾਪਸ ਮੇਨ ਸਟ੍ਰੀਮ 'ਚ ਲਿਆਂਦਾ ਜਾਵੇ ਤੇ ਆਪਦੇ ਪਿਆਰੇ ਸੋਹਣੇ ਸੁਨਹਿਰੇ ਪੰਜਾਬ ਦੇ ਵਿੱਚ ਕੰਮ ਕਰਨ ਤੇ ਆਪਣੀ ਮਾਂ ਬਾਪ ਦੀ ਸੇਵਾ ਕਰਨ। ਇਹਦੇ ਨਾਲ ਖਤਮ ਕਰਦੇ ਹਾਂ ਇੰਟਰਵਿਊ। ਸਤਿ ਸ਼੍ਰੀ ਅਕਾਲ, ਨਮਸਕਾਰ।